Guru Vaheguru 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 गुरु जी दी साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ, जो अज का दिहाड़ा है धन धन श्री गुरु अर्जन देव जी महाराज, उन्हों का शहीदी दिहाड़ा। उन्हों की शहादत नूं कोट कोट प्रणाम करते हुए, जो उन्होंने आपां नूं गुरबाणी गुरु राही उपदेश बख्शिश कीता, जो उन्होंने आपां नूं समझाया कि इस संसार दे विच जिस मकसद वास्ते असी इत्थे आए हैं, बई उस नूं असी पूरा करके इथों वापस जाइए, क्योंकि जाना तो सब नहीं। ते सानू किस मकसद वास्ते ये देही मिली है, गुरु अर्जन पातशाह आपां नूं फरमाउंदे, भई प्रापत मानक दे हुरिया, गोबिंद मिलन की ये तेरी वरीया। सानू कहंदे भी हुण गोबिंद नूं वाहिगुरू नूं मिलण दी वारी। ये वारी सानू सिर्फ मानस जामे विच ही मिलती। हुण आपां नूं फिर उन्होंने समझाया भी किवें उन्हां दा परमात्मा वाहिगुरू नाल मिलाप होया, रास्ते विच की रुकावटां आईयां, किवें उन्हां रुकावटां नूं उन्होंने पासे कीता। वो फिर सारा आपां नूं गुरबाणी गुरु द्वारा भेज दिता। चौथे पातशाह धन धन श्री गुरु रामदास जी महाराज, उन्हां दे तीन साहिबजादे, सब तो वड्डे जो पृथ्वी चंद, उन्हां तो छोटे महादेव, ते फिर सब तो छोटे गुरु अर्जन देव जी महाराज। हुण जो पृथ्वी चंद सी, उस
ਸੰਗਤ ਨਹੀਂ ਸੀ ਕਰਦਾ, ਸਿਮਰ ਨਹੀਂ ਸੀ ਕਰਦਾ, ਉਹ ਧਾਰ ਦੇ ਰਸਤੇ 'ਤੇ ਚੱਲਦਾ ਸੀ, ਦੌੜਦਾ ਬਸ ਸੀ। ਜੋ ਮਹਾਂਦੇਵ ਸਨ ਉਹ ਸਾਧੂ ਸੁਭਾਅ ਸਨ, ਸਾਧੂ ਬਿਰਤੀ ਉਹਨਾਂ ਦੀ। ਅਤੇ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਫਿਰ ਸੰਗਤ ਕਰਿਆ ਕਰਦੀ, ਸੰਗਤ ਹੁੰਦੀ ਅਤੇ ਰੋਜ਼ ਉਹ ਨਾਲ ਸੰਗਤ ਕਰਦੇ। ਸੰਗਤ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਕਥਾ ਕਹਾਣੀ ਕਰਦੇ, ਅਤੇ ਜੋ ਸਾਨੂੰ ਜੀਵਾਂ ਨੂੰ ਸਤਿਗੁਰੂ ਸਮਝਾ ਰਹੇ, ਉਹ ਸਾਨੂੰ ਮਾਲਕ ਦਾ ਸੰਦੇਸ਼ਾ ਦਿੰਦੇ, ਅੱਗੇ ਭੇਜ ਦਿੰਦੇ ਸੀ। ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਅਤੇ ਆਪਣੇ ਜੀਵਨ ਦਾ ਲਾਹਾ ਖੱਟਦੀਆਂ ਅੱਗੇ। ਇਹ ਸੰਗਤਾਂ ਦੇ ਵਿੱਚੋਂ ਹੀ ਗੁਰਮੁਖਾਂ ਨੇ ਵਿਚਾਰ ਕੀਤੀ ਬਈ ਜੋ ਪਿਰਥਵੀ ਚੰਦ ਹੈ, ਉਹਦੀ ਜਿਹੜੀ ਬਹਿਣੀ ਉੱਠਣੀ ਉਹ ਮਨਮੁਖਾਂ ਨਾਲ, ਬਈ ਕਿਉਂ ਨਾ ਜੇ ਉਹ ਸਾਧ ਸੰਗਤ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਸਮਝਾਇਆ ਜਾਵੇ ਅਤੇ ਸੰਗਤ ਦਾ ਅਸਰ ਹੁੰਦਾ, ਵੀ ਹੋ ਸਕਦਾ ਵੀ ਉਹ ਸਮਝ ਜਾਣ। ਸੰਗਤ ਦੇ ਕਹਿਣ 'ਤੇ ਗੁਰੂ ਰਾਮਦਾਸ ਜੀ ਨੇ ਫਿਰ ਉਹਨਾਂ ਨੂੰ ਬੁਲਾਇਆ, ਵੀ ਬੁਲਾ ਕੇ ਲਿਆਓ, ਸਿੱਖਾਂ ਨੂੰ ਭੇਜਿਆ। ਹੁਣ ਜਦੋਂ ਬੁਲਾਉਣ ਵਾਸਤੇ ਗਏ ਅਤੇ ਉਹ ਉਹਨਾਂ ਪਾਸ ਹੀ ਬੈਠਾ ਸੀ ਜਿਹੜੇ ਗੁਰੂ ਘਰ ਦੇ ਦੁਖੀ ਸੀ, ਜਿਹੜੇ ਦੁਬਦਾ ਬਸ ਸੀ, ਵੈਰ ਵਿਰੋਧ ਕਰਦੇ ਸੀ। ਜਦੋਂ ਉਹਨਾਂ ਨੇ ਆ ਕੇ ਆਖਿਆ ਵੀ ਗੁਰੂ ਸਾਹਿਬ ਨੇ ਤੁਹਾਨੂੰ ਬੁਲਾਇਆ, ਅਤੇ ਉਹਨਾਂ ਨੇ ਫਿਰ ਬਾਅਦ 'ਚੋਂ ਜਿਨ੍ਹਾਂ ਦੇ ਕੋਲ ਬੈਠੇ ਸੀ ਉਹਨਾਂ ਨੇ ਹੀ ਉਹਦੇ ਅੰਦਰ ਹੋਰ ਦੁਬਦਾ ਭਰ ਦਿੱਤੀ, ਬਈ ਜੇ ਤੇਰਾ ਪਿਤਾ ਤੈਨੂੰ ਸਮਝਾਉਣਾ ਚਾਹੁੰਦਾ ਅਤੇ ਤੈਨੂੰ ਘਰੇ ਬਿਠਾ ਕੇ ਇਕੱਲੇ ਨੂੰ ਸਮਝਾ ਦਿੰਦੀ, ਔਰ ਤੈਨੂੰ ਇਸ ਵਾਸਤੇ ਬੁਲਾਇਆ ਸੰਗਤ ਦੇ ਵਿੱਚ ਵੀ ਤੇਰੀ ਬੇਇੱਜ਼ਤੀ ਕਰਨਗੇ। ਇਸ ਤੋਂ ਪਹਿਲਾਂ ਵੀ ਉਹ ਤੇਰੀ ਬੇਇੱਜ਼ਤੀ ਕਰਨ, ਤੂੰ ਉਹਨਾਂ ਦੀ ਕਰਦੀ। ਉਹ ਇਸੇ ਤਰ੍ਹਾਂ ਹੀ ਫਿਰ ਦੁਬਦਾ ਵਸ ਹੋਇਆ ਜਦੋਂ ਸੰਗਤ ਦੇ ਵਿੱਚ ਆਇਆ ਅਤੇ ਉਹਨੇ ਬੜੇ ਮਾੜੇ ਬਚਨ ਬੋਲਣੇ ਸ਼ੁਰੂ ਕਰ ਦਿੱਤੇ ਗੁਰੂ ਰਾਮਦਾਸ ਜੀ ਨੂੰ, ਅਤੇ ਬਹੁਤ ਉਹਨੇ ਫਿੱਕਾ ਬੋਲਿਆ। ਅਤੇ ਮਹਾਰਾਜ ਨੇ ਆਖਿਆ ਵੀ ਜਿਹੜੇ ਮਾਂ ਪਿਓ ਨੇ ਜਨਮ ਦਿੱਤਾ ਹੋਵੇ, ਬਈ ਬੱਚਿਆਂ ਨੂੰ ਉਹਨਾਂ ਨੂੰ ਮਾੜੇ ਬਚਨ ਨਹੀਂ ਬੋਲਣੇ ਚਾਹੀਦੇ, ਉਹਨਾਂ ਨੂੰ ਪਾਪ ਲੱਗਦਾ। ਅਤੇ ਉਹ ਪਰ ਦੁਬਦਾ ਬਸ ਸੀ, ਉਹ ਕਿੱਥੋਂ ਸਮਝਦਾ ਸੀ। ਅਤੇ ਗੁਰੂ ਸਾਹਿਬ ਨੇ ਫਿਰ ਗੁਰਬਾਣੀ ਗੁਰੂ ਵਿੱਚ ਉਵੇਂ ਹੀ ਉਹ ਵਚਨ ਦਰਜ ਕੀਤੇ। ਮਹਾਰਾਜ ਕਹਿੰਦੇ ਕਾਹੇ ਝਗਰਤ ਊਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿੰਨ ਸੌ ਝਗਰਤ ਪਾਪ। ਬਈ ਜਿਹੜੇ ਮਾਂ ਪਿਓ ਨੇ ਜਨਮ ਦਿੱਤਾ ਹੋਵੇ ਉਹਨਾਂ ਦੇ ਨਾਲ ਬੱਚਿਆਂ ਨੂੰ ਲੜਨਾ ਨਹੀਂ ਚਾਹੀਦਾ, ਉਹਨਾਂ ਨੂੰ ਮਾੜੇ ਬਚਨ ਨਹੀਂ ਬੋਲਣੇ ਚਾਹੀਦੇ, ਉਹਨਾਂ ਨੂੰ ਫਿੱਕਾ ਨਹੀਂ ਬੋਲਣਾ ਚਾਹੀਦਾ, ਦੁੱਖ ਲੱਗਦਾ, ਪਾਪ ਲੱਗਦਾ। ਪਰ ਉਹ ਦੁਬਦਾ ਵਸ ਹੋਇਆ ਉਹਨੇ ਗੁਰੂ ਰਾਮਦਾਸ ਜੀ ਨੂੰ ਵੀ ਮਾੜੇ ਬਚਨ ਬੋਲੇ, ਅਤੇ ਉੱਥੇ ਹੀ ਗੁਰੂ ਅਰਜਨ ਪਾਤਸ਼ਾਹ ਸੀ, ਉਹਨਾਂ ਨੂੰ ਵੀ ਬੋਲੇ ਬਈ ਮੈਨੂੰ ਪਤਾ ਤੁਸੀਂ ਇਹਨੂੰ ਸਾਰਾ ਕੁਛ ਦੇ ਦੇਣਾ, ਮੈਨੂੰ ਕੁਛ ਦੇਣਾ ਨਹੀਂ। ਕਿਉਂਕਿ ਉਹ ਜਦੋਂ ਦੁਬਦਾ ਵਸ ਜੀਵ ਹੁੰਦਾ ਉਹ ਸਿਰਫ ਮਾਇਆ ਦਾ ਹੀ ਸੋਚਦਾ ਸੰਸਾਰ 'ਚ। ਅਤੇ ਉਹਨੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਵੀ ਮਹਾਰਾਜ ਨੂੰ ਫਿੱਕੇ ਬਚਨ ਬੋਲੇ ਅਤੇ ਬੋਲਦਾ ਬੋਲਦਾ ਸੰਗਤ 'ਚੋਂ ਬਾਹਰ ਚਲਾ ਗਿਆ। ਫਿਰ ਸੰਗਤਾਂ ਨੇ ਵਿਚਾਰ ਕੀਤੀ ਵੀ ਜਿਸ ਹਿਸਾਬ ਨਾਲ ਉਹ ਬੋਲ ਕੇ ਗਿਆ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਹਜੇ ਛੋਟੇ ਨੇ, ਬਾਲ ਅਵਸਥਾ ਵਿੱਚ, ਵੀ ਹੋ ਸਕਦਾ ਇਹਨਾਂ ਦਾ ਕੋਈ ਨੁਕਸਾਨ ਹੀ ਨਾ ਕਰੇ। ਅਤੇ ਮਹਾਰਾਜ ਨੂੰ ਬੇਨਤੀ ਕੀਤੀ ਵੀ ਜੇ ਤੁਸੀਂ ਆਖੋ ਕਿ ਅਸੀਂ ਇਹਨਾਂ ਨੂੰ ਨਾਲ ਲਾਹੌਰ ਲੈ ਜਾਂਦੇ ਕੁਝ ਸਮੇਂ ਵਾਸਤੇ, ਜਦੋਂ ਥੋੜ੍ਹਾ ਮਾਹੌਲ ਠੀਕ ਹੋ ਜਾਏਗਾ ਅਤੇ ਤੁਹਾਡੇ ਕਹਿਣ 'ਤੇ ਫਿਰ ਅਸੀਂ ਵਾਪਸ ਲੈ ਆਵਾਂਗੇ। ਫਿਰ ਮਹਾਰਾਜ ਦੇ ਕਹਿਣ 'ਤੇ ਉਹਨਾਂ ਨੂੰ ਨਾਲ ਲੈ ਕੇ ਲਾਹੌਰ ਚਲੇ ਗਏ।
ਹੁਣ ਜਦੋਂ ਉੱਥੇ ਗਏ ਤੇ ਉੱਥੇ ਉਹਨਾਂ ਨੂੰ ਸੰਗਤ ਨਾ ਮਿਲੀ। ਘਰੇ ਰੋਜ਼ ਸੰਗਤ ਹੁੰਦੀ ਸੀ ਤੇ ਉੱਥੇ ਜਦੋਂ ਸੰਗਤ ਨਾ ਮਿਲੇ ਤੇ ਉਹ ਬੜਾ ਉਦਾਸ ਰਹਿਣ ਲੱਗੇ ਮਹਾਰਾਜ। ਫਿਰ ਉਹਨਾਂ ਨੇ ਜਦੋਂ ਦੇਖਿਆ ਹੋਰ ਜਿਹੜੇ ਸੰਗਤਾਂ ਸੀ ਉਹ ਘਰਾਂ 'ਚ ਲੈ ਕੇ ਜਾਣ ਬਈ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੇ, ਤੇ ਜਦੋਂ ਘਰੇ ਲੈ ਜਾਣ ਤੇ ਸੰਸਾਰੀ ਜੀਵਨ ਦੀ ਉਹੀਓ ਜੋ ਆਦਤ ਹੁੰਦੀ, ਸੰਸਾਰ ਦੀਆਂ ਮੰਗਾਂ ਮਾਇਆ ਦੀਆਂ, ਬਈ ਕੋਈ ਕੁਛ ਮੰਗਦਾ ਕੋਈ ਕੁਛ ਮੰਗਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਮਨ ਦੀ ਹਾਲਤ ਕੋਈ ਜਾਣਦਾ ਹੀ ਨਹੀਂ ਵੀ ਉਹ ਕੀ ਚਾਹੁੰਦੇ ਨੇ। ਬਈ ਉਹਨਾਂ ਦਾ ਮਨ ਵੈਰਾਗੀ ਹੋਇਆ ਹੋਇਆ ਸੰਗਤ ਵਾਸਤੇ। ਤੇ ਫਿਰ ਜਦੋਂ ਬਹੁਤ ਉਦਾਸ ਰਹਿਣ ਲੱਗੇ ਤੇ ਉੱਥੇ ਅੱਗੇ ਸੰਤ ਮੰਡਲੀਆਂ ਚੱਲਦੀਆਂ ਸੀ, ਤਾਂ ਇਕੱਠੇ ਹੋ ਕੇ ਸੰਤ ਚੱਲਦੇ, ਉਹਨਾਂ ਨੂੰ ਕਹਿੰਦੇ ਸੰਤ ਮੰਡਲੀ। ਤੇ ਉੱਥੇ ਕੋਈ ਸੰਤ ਮੰਡਲੀ ਆਈ ਤੇ ਕਹਿਣ ਲੱਗੇ ਉਹਨਾਂ ਨੂੰ ਵੀ ਸੰਤ ਆਏ ਨੇ, ਵੀ ਚਲੋ ਤੁਹਾਨੂੰ ਸੰਗਤ ਕਰਾ ਕੇ ਲਿਆਈਏ ਉਹਨਾਂ ਦੀ। ਤੇ ਮਹਾਰਾਜ ਬੜੇ ਖੁਸ਼ ਹੋਏ ਵੀ ਚਲੋ ਮਾਲਕ ਦੇ ਬਚਨ ਸੁਣਨ ਨੂੰ ਮਿਲਣਗੇ। ਜਦੋਂ ਉਹਨਾਂ ਸੰਤਾਂ ਪਾਸ ਗਏ ਤੇ ਉਹ ਵਿਚਾਰ ਹੋਈ ਤੇ ਉਹਨਾਂ ਨੂੰ ਵੀ ਸੱਚ ਤੇ ਨਾਮ ਦਾ ਉਹਨਾਂ ਨੂੰ ਨਹੀਂ ਸੀ ਭੇਤ। ਉਹ ਵੀ ਅਨਾੜੀ ਸੰਤ ਸੀ ਤੇ ਸਿਰਫ ਮਾਇਆ ਦੀਆਂ ਗੱਲਾਂ ਸੰਸਾਰ ਦੀ ਉਹ ਸੁਣਾਈ ਜਾਣ। ਤੇ ਨਾ ਤਾਂ ਉਹਨਾਂ ਨੇ ਕੋਈ ਸੱਚ ਦੀ ਗੱਲ ਕੀਤੀ, ਨਾ ਨਾਮ ਦੀ ਗੱਲ ਕੀਤੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਉਹਨਾਂ ਦੀ ਇਹ ਹਾਲਤ ਦੇਖੀ ਤੇ ਉਹਨਾਂ ਦਾ ਮਨ ਹੋਰ ਉਦਾਸ ਹੋ ਗਿਆ। ਬਈ ਜਿਨ੍ਹਾਂ ਨੂੰ ਸੰਸਾਰ 'ਚ ਜੀਵ ਸੰਤ ਕਹਿੰਦੇ ਨੇ, ਜਿਨ੍ਹਾਂ ਦੀ ਸੰਗਤ ਕਰਦੇ, ਉਹਨਾਂ ਦਾ ਇਹ ਹਾਲ ਹੈ ਤੇ ਆਮ ਜੀਵਾਂ ਦੀ ਕੀ ਹਾਲਤ ਹੋਏਗੀ। ਬਈ ਜਿਨ੍ਹਾਂ ਨੂੰ ਸੰਤ ਸਮਝ ਕੇ ਉਹਨਾਂ ਦੀ ਜੀਵ ਸੰਗਤ ਕਰਦੇ ਨੇ, ਉਹੀਓ ਦੁਬਦਾ ਵਸ ਨੇ, ਉਹੀਓ ਵੈਰ ਵਿਰੋਧ ਵਸ ਨੇ, ਉਹਨਾਂ ਨੂੰ ਹੀ ਸੱਚ ਤੇ ਨਾਮ ਦਾ ਭੇਤ ਨਹੀਂ। ਸੰਤਾਂ ਨੇ ਹੀ ਤਾਂ ਅੱਗੇ ਭੇਤ ਦੇਣਾ ਹੁੰਦਾ ਸੱਚ ਤੇ ਨਾਮ ਦਾ, ਤੇ ਜੇ ਉਹਨਾਂ ਨੂੰ ਹੀ ਨਹੀਂ ਭੇਤ ਤੇ ਉਹ ਅੱਗੇ ਦੱਸਣਗੇ ਕੀ, ਸੁਣਾਉਣਗੇ ਕੀ ਭੇਤ ਦੇਣਗੇ। ਉਹਨਾਂ ਨੇ ਅਮਨ ਸ਼ਾਂਤੀ ਫੈਲਾਉਣੀ ਹੁੰਦੀ। ਜੇ ਉਹੀਓ ਦੁਬਦਾ ਵਸ ਵੈਰ ਵਿਰੋਧ ਵਸ ਨੇ, ਉਹੀਓ ਆਪਸ ਵਿੱਚ ਝਗੜੇ ਕੀਤੀ ਜਾਂਦੇ ਤੇ ਉਹ ਅੱਗੇ ਕੀ ਦੱਸਣਗੇ, ਕੀ ਉਪਦੇਸ਼ ਕਰਨਗੇ ਕਿਸੇ। ਸੋ ਜਦੋਂ ਉਹਨਾਂ ਦੀ ਇਹ ਹਾਲਤ ਦੇਖੀ ਮਹਾਰਾਜ ਨੇ ਤੇ ਮਨ ਹੋਰ ਸਹਿਜ ਵਿੱਚ ਹੋਰ ਉਦਾਸ ਹੋ ਗਈ ਵੀ ਸੰਤਾਂ ਦੀ ਇਹ ਹਾਲਤ, ਜਿਨ੍ਹਾਂ ਨੂੰ ਜੀਵ ਸੰਤ ਕਹਿੰਦੇ ਸੰਸਾਰ 'ਚ। ਫਿਰ ਉਹ ਬਹੁਤ ਜਦੋਂ ਉਦਾਸ ਰਹਿਣ ਲੱਗੇ, ਫਿਰ ਉੱਥੇ ਦੱਸਿਆ ਕਿਸੇ ਗੁਰਮੁਖ ਨੇ ਵੀ ਇੱਥੇ ਸਾਈਂ ਮੀਆਂ ਮੀਰ ਜੀ, ਤੁਸੀਂ ਉਹਨਾਂ ਕੋਲ ਚਲੇ ਜਾਇਆ ਕਰੋ, ਉਹਨਾਂ ਦੀ ਸੰਗਤ ਕਰ ਲਿਆ ਕਰੋ। ਸਾਈਂ ਮੀਆਂ ਮੀਰ ਜੀ ਨੂੰ ਸੱਚ ਤੇ ਨਾਮ ਦਾ ਭੇਤ ਸੀ। ਤੇ ਉਹਨਾਂ ਦੀ ਜਦੋਂ ਉਹਨਾਂ ਨੇ ਸੰਗਤ ਕਰਨ ਲੱਗੇ ਤੇ ਫਿਰ ਉਹਨਾਂ ਨੇ ਦੱਸਿਆ ਉਹਨਾਂ ਨੂੰ ਵੀ ਜੋ ਤੁਹਾਡੇ ਪਿਤਾ ਨੇ, ਬਈ ਉਹਨਾਂ ਨੂੰ ਤੁਸੀਂ ਸਿਰਫ ਸੰਸਾਰੀ ਆਪਣਾ ਇਕੱਲਾ ਪਿਤਾ ਹੀ ਨਹੀਂ ਸਮਝਣਾ, ਵੀ ਉਹ ਸਤਿਗੁਰੂ ਨੇ। ਉਹ ਉਹਨਾਂ ਦੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਅੰਤਰ ਨਹੀਂ ਹੈ, ਉਹ ਇੱਕਮਿਕ ਹੋ ਚੁੱਕੇ ਮਾਲਕ ਦੇ ਨਾਲ। ਜਦੋਂ ਸਾਰਾ ਸਾਈਂ ਮੀਆਂ ਮੀਰ ਜੀ ਨੇ ਉਹਨਾਂ ਨੂੰ ਭੇਜ ਦਿੱਤਾ, ਸਮਝਾਇਆ, ਤੇ ਉਹਨਾਂ ਦਾ ਮਨ ਹੋਰ ਵੈਰਾਗੀ ਹੋ ਗਿਆ ਬਈ ਕਿਹੜਾ ਸਮਾਂ ਆਵੇ ਹੁਣ, ਕਦੋਂ ਸਤਿਗੁਰਾਂ ਪਾਸ ਜਾਈਏ, ਕਦੋਂ ਅੱਗੇ ਸੱਚ ਦੇ ਨਾਮ ਦਾ ਭੇਦ ਆਵੇ। ਬਹੁਤ ਜ਼ਿਆਦਾ ਵੈਰਾਗੀ ਹੋ ਗਈ। ਫਿਰ ਸੰਗਤ ਨੇ ਆਉਣਾ ਸੀ ਜਦੋਂ ਪੂਰੇ ਵੈਰਾਗੀ ਹੋਏ ਹੋਏ, ਤੇ ਜਦੋਂ ਆਏ ਫਿਰ ਵਾਪਸ ਗੁਰੂ ਰਾਮਦਾਸ ਜੀ ਪਾਸ, ਮਨ ਪੂਰਾ ਵੈਰਾਗੀ ਹੋਇਆ ਹੋਏ ਵਿਰਾਗ ਦੇ ਵਿੱਚ। ਫਿਰ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ, ਭੇਦ ਦਿੱਤਾ, ਗਿਆਨ ਦਿੱਤਾ ਬਈ ਦੋ ਰਸਤੇ ਨੇ, ਇੱਕ ਲਿਵ ਦਾ ਤੇ ਦੂਸਰਾ ਧਾਤ। ਤੁਹਾਡਾ ਜੋ ਵੱਡਾ ਭਰਾ ਹੈ ਉਹ ਧਾਤ ਦੇ ਰਸਤੇ 'ਤੇ ਚੱਲਦਾ, ਧਾਤ ਦੇ ਰਸਤੇ 'ਤੇ ਵੈਰ ਵਿਰੋਧ ਹੈ,
ਈਰਖਾ ਹੈ, ਨਫ਼ਰਤ ਹੈ, ਹਉਮੈ ਹੰਕਾਰ ਹੈ। ਇਹਦੇ 'ਤੇ ਲੜਾਈਆਂ ਝਗੜੇ ਨੇ, ਵੈਰ ਵਿਰੋਧ। ਜਿਹੜਾ ਵੀ ਜੀਵੇ ਰਾਹ 'ਤੇ ਚੱਲੇ ਹੈ ਉਹ ਜੀਵਨ ਦੀ ਬਾਜੀ ਨੂੰ ਹਾਰ ਗਿਆ, ਉਹ ਜਿੱਤ ਕੇ ਨਹੀਂ ਗਿਆ। ਇਹ ਰਸਤੇ ਦੇ ਉੱਤੇ ਚੋਰ ਨੇ, ਲਟੇਰੇ ਨੇ, ਉਹ ਲੁੱਟ ਲੈਂਦੇ ਸਾਡਾ ਇਸ ਵਾਸਾਂ ਦਾ ਧਨ, ਸਾਨੂੰ ਜੀਵਨ ਦੀ ਬਾਜੀ ਨੂੰ ਹਰਾ ਦਿੰਦੇ। ਮਹਾਰਾਜ ਦੱਸਣ ਲੱਗੇ, ਕਹਿੰਦੇ ਜਹ ਪੈਂਡੇ ਲੂਟੀ ਪਨਹਾਰੀ, ਸੋ ਮਾਰਗ ਸੰਤ ਅੰਦਰਾਰੀ। ਬਈ ਜਿਹੜੇ ਪੈਂਡੇ 'ਤੇ ਚੱਲਦੇ ਹੋਏ ਅਸੀਂ ਲੁੱਟੇ ਜਾਣਾ, ਜੀਵਨ ਦੀ ਬਾਜੀ ਨੂੰ ਹਾਰ ਜਾਣਾ, ਤੁਸੀਂ ਉਹ ਰਸਤੇ 'ਤੇ ਨਾ ਜਾਇਓ, ਤੁਸੀਂ ਲਿਵ ਦੇ ਰਸਤੇ 'ਤੇ ਚੱਲੋ। ਦੋ ਹੀ ਰਸਤੇ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ, ਲਿਵ ਧਾਤ ਦੋਇ ਰਾਹੋ ਹੈ, ਹੁਕਮੀ ਕਾਰ ਕਮਾਈ। ਵੀ ਇਹ ਦੋ ਰਾਹ ਨੇ, ਲਿਵ ਅਤੇ ਧਾਤ। ਤੁਸੀਂ ਇਹ ਲਿਵ ਦੇ ਮਾਰਗ 'ਤੇ ਚੱਲੋ। ਲਿਵ ਦਾ ਮਾਰਗ ਜਿਹੜਾ ਇਹਨੂੰ ਸੰਤ ਮਾਰਗ ਕਹਿੰਦੇ, ਸੰਤਾਂ ਦਾ ਮਾਰਗ। ਇਸ ਮਾਰਗ ਦੇ ਉੱਤੇ ਸੁੱਖ ਹੀ ਸੁੱਖ, ਆਨੰਦ ਹੀ ਆਨੰਦ। ਮਹਾਰਾਜ ਨੂੰ ਫਿਰ ਜਦੋਂ ਸਾਰਾ ਗੁਰੂ ਰਾਮਦਾਸ ਜੀ ਨੇ ਸਮਝਾਇਆ, ਭੇਦ ਦਿੱਤਾ, ਜੋ ਉਹਨਾਂ ਨੇ ਫਿਰ ਬਚਨ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਆਖੇ, ਉਹਨਾਂ ਨੇ ਫਿਰ ਉਹਨਾਂ ਬਚਨਾਂ ਨੂੰ ਹਿਰਦੇ 'ਚ ਵਸਾ ਲਿਆ। ਮਹਾਰਾਜ ਦੱਸਦੇ ਗੁਰੂ ਅਰਜਨ ਦੇਵ ਜੀ, ਬਚਨ ਗੁਰੂ ਜੋ ਪੂਰੇ ਕਹਿਓ, ਮੈਂ ਸ਼ੀਕ ਗਾਠਰੀ ਵਾਧਾ। ਬਈ ਮੈਨੂੰ ਜੋ ਪੂਰੇ ਗੁਰੂ ਨੇ ਬਚਨ ਆਖੇ, ਮੈਂ ਉਹਨਾਂ ਬਚਨਾਂ ਨੂੰ ਘੁੱਟ ਕੇ ਪੱਲੇ ਨਾਲ ਬੰਨ੍ਹ ਲਿਆ, ਆਪਦੇ ਹਿਰਦੇ 'ਚ ਵਸਾ ਲਿਆ। ਫਿਰ ਉਹਨਾਂ ਬਚਨਾਂ ਨੂੰ ਕਮਾਇਆ, ਸਿਮਰਨ ਅਭਿਆਸ ਕਰਨਾ ਸ਼ੁਰੂ ਕੀਤਾ। ਲਗਾਤਾਰ ਮਹਾਰਾਜ ਨੇ ਇੰਨਾ ਅਭਿਆਸ ਕੀਤਾ ਵੀ ਉਦੋਂ ਹਜੇ ਬਚਪਨ 'ਚ ਹੀ ਸੀ। ਸਿਮਰਨ ਕਰਦੇ, ਸੰਗਤ ਕਰਦੇ। ਅਤੇ ਮਾਤਾ ਜੀ ਇੱਕ ਦਿਨ ਉਹਨਾਂ ਤੋਂ ਪੁੱਛਣ ਲੱਗੇ ਵੀ ਤੁਸੀਂ ਕਿਹੜੀ ਕਮਾਈ ਕਰਦੇ ਹੋ, ਕਿਹੜਾ ਧਨ ਖੱਟਦੇ ਹੋ। ਮਹਾਰਾਜ ਦੱਸਣ ਲੱਗੇ, ਕਹਿੰਦੇ ਵੀ ਗੁਰੂ ਨਾਨਕ ਦੇ ਘਰ ਦਾ ਮੈਂ ਉਹ ਨਾਮ ਧਨ ਇਕੱਠਾ ਕਰ ਰਿਹਾ ਹਾਂ ਵੀ ਜਿਹਦੀ ਇਸ ਲੋਕ ਅਤੇ ਪਰਲੋਕ ਦੇ ਵਿੱਚ ਕੋਈ ਤੋੜ ਨਹੀਂ ਆਏਗੀ। ਮਾਤਾ ਜੀ ਉਹਨਾਂ ਤੋਂ ਪੁੱਛਣ ਲੱਗੇ ਵੀ ਤੁਸੀਂ ਉਹ ਧਨ ਕਿਵੇਂ ਇਕੱਠਾ ਕਰਦੇ ਹੋ, ਕਿਵੇਂ ਖੱਟਦੇ ਹੋ। ਅਤੇ ਫਿਰ ਉਹ ਦੱਸਣ ਲੱਗੇ, ਕਹਿੰਦੇ ਵੀ ਇਹ ਸਿਮਰਨ ਹੀ ਮੇਰਾ ਜਪ ਬਣ ਗਿਆ, ਇਹੋ ਮੇਰਾ ਤਪ ਹੈ। ਇੱਕ ਨਿਮਖ ਵੀ ਮੈਨੂੰ ਜੋ ਸਿਮਰਨ ਹੈ ਇਹ ਭੁੱਲਦਾ ਨਹੀਂ ਹੈ, ਵਿਸਰਦਾ ਨਹੀਂ ਹੈ। ਚਾਹੇ ਮੈਂ ਚੱਲ ਰਿਹਾ, ਚਾਹੇ ਮੈਂ ਬੈਠਾ ਹਾਂ, ਚਾਹੇ ਮੈਂ ਜਾਗਦਾ ਹਾਂ, ਚਾਹੇ ਮੈਂ ਸੁੱਤਾ ਹਾਂ, ਲਗਾਤਾਰ ਇਹ ਸਿਮਰਨ ਜਿਹੜਾ ਚੱਲੀ ਜਾ ਰਿਹਾ। ਮਾਰੇ ਫਰਮਾਉਂਦੇ, ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ, ਨਿਮਖ ਨ ਵਿਸਰਿਓ ਮਨ ਤੇ, ਹਰ ਹਰ ਸਾਧ ਸੰਗਤ ਮੈਂ ਪਾਇਆ। ਮਾਈ ਖਾਟ ਆਇਓ ਘਰ ਕੂਚ, ਹਰ ਧਨ ਚਲਤੇ, ਹਰ ਧਨ ਬੈਸੇ, ਹਰ ਧਨ ਜਾਗਤ ਸੁਤਾ। ਬਈ ਇੰਨੀ ਜ਼ਿਆਦਾ ਸ਼ਬਦ ਦੀ ਕਮਾਈ ਕੀਤੀ ਉਹਨਾਂ ਨੇ, ਸਿਮਰਨ ਕੀਤਾ ਵੀ ਇੱਕ ਨਿਮਖ ਵੀ ਕਹਿੰਦੇ ਮੈਨੂੰ ਸਿਮਰਨ ਵਿਸਰਦਾ ਨਹੀਂ ਹੈ। ਐਸਾ ਗਿਆਨ ਹੋਇਆ ਸਾਧ ਸੰਗਤ ਕਰਕੇ। ਗੁਰੂ ਰਾਮਦਾਸ ਜੀ ਨੂੰ ਸਾਧੂ ਕਹਿੰਦੇ, ਬਈ ਸਾਧੂ ਸੰਗ ਕਰਕੇ ਵੀ ਐਸਾ ਮੈਨੂੰ ਗਿਆਨ ਹੋਇਆ, ਭੇਤ ਆਇਆ ਵੀ ਇੱਕ ਨਿਮਖ ਵੀ ਮੈਨੂੰ ਵਿਸਰਦਾ ਨਹੀਂ ਸਿਮਰਨ, ਹਰ ਸਮੇਂ ਚੱਲੀ ਜਾ ਰਹੀ ਹੈ। ਫਿਰ ਦੱਸਦੇ ਵੀ ਪੂਰਾ ਅਸੀਂ ਜਦੋਂ ਗੁਰਮੰਤਰ ਨੂੰ ਦ੍ਰਿੜ ਕੀਤਾ, ਫਿਰ ਇਹ ਨਾਮ ਤੱਕ ਪਹੁੰਚੇ ਅਤੇ ਭਵ ਸਾਗਰ ਨੂੰ ਪਾਰ ਕੀਤਾ। ਮਹਾਰਾਜ ਦੱਸਦੇ, ਗੁਰ ਸ਼ਬਦ ਦ੍ਰਿੜਾਇਆ, ਪਰਮ ਪਦ ਪਾਇਆ, ਦੁਤੀਆ ਗਏ ਸੁਖ ਹੋਊ, ਕਹੋ ਨਾਨਕ ਭਵ ਸਾਗਰ ਤਰਿਆ, ਹਰ ਨਿਧ ਪਾਈ ਸਹਿਜੂ। ਮਹਾਰਾਜ ਕਹਿੰਦੇ ਵੀ ਅਸੀਂ ਪੂਰਾ ਗੁਰਮੰਤਰ ਨੂੰ ਦ੍ਰਿੜ ਕੀਤਾ, ਪੂਰਾ ਸ਼ਬਦ ਦੀ ਕਮਾਈ ਕੀਤੀ। ਜਦੋਂ ਸ਼ਬਦ ਦੀ ਕਮਾਈ ਕੀਤੀ ਅਤੇ ਫਿਰ ਇਹ ਭਵ ਸਾਗਰ, ਸੰਸਾਰ ਸਾਗਰ ਤੋਂ ਪਾਰ ਹੋਏ। ਫਿਰ ਉਹਨਾਂ ਨੂੰ ਜੋ ਪਰਮ ਪਦਵੀ ਸੀ, ਉਹ ਪਰਮ ਪਦਵੀ ਦੀ ਪ੍ਰਾਪਤੀ ਹੋਈ, ਫਿਰ ਅਮਰ ਪਦਵੀ ਮਿਲੀ।
ਇਸ ਵਾਸਤੇ ਫਿਰ ਆਪਾਂ ਨੂੰ ਦੱਸਦੇ ਵੀ ਜਦੋਂ ਇਸ ਮਾਰਗ ਦੇ ਉੱਤੇ ਚੱਲੇ, ਅਭਿਆਸ ਕੀਤਾ ਅਤੇ ਅਭਿਆਸ ਕਰਕੇ ਸਿਮਰਨ ਕਰਕੇ ਫਿਰ ਆਪਾਂ ਨੂੰ ਦੱਸਣ ਲੱਗੇ ਵੀ ਜੋ ਕਲਾ ਕਲੇਸ਼ ਸੀ ਉਹ ਕਲਾ ਕਲੇਸ਼ ਨੂੰ ਇਹ ਸਿਮਰਨ ਕਰਕੇ ਖਤਮ ਕੀਤਾ। ਵੀ ਜੋ ਉਹਨਾਂ ਦੇ ਭਰਾ ਨੇ ਦੁਬਿਧਾ ਪਾਈ ਸੀ ਪਰਿਵਾਰ 'ਚ, ਬਈ ਇਹ ਦੁਬਿਧਾ ਨੂੰ ਕਿਵੇਂ ਖਤਮ ਕੀਤਾ, ਕਿਵੇਂ ਇਹ ਕਲਾ ਕਲੇਸ਼ ਨੂੰ ਖਤਮ ਕੀਤਾ, ਉਹ ਫਿਰ ਆਪਾਂ ਨੂੰ ਦੱਸਦੇ ਵੀ ਸਿਮਰਨ ਕਰਕੇ। ਮਹਾਰਾਜ ਦੱਸਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਟਾਵੋ। ਬਈ ਸਿਮਰਨ ਅਭਿਆਸ ਕਰਕੇ ਇਹ ਕਲਾ ਕਲੇਸ਼ ਸੀ ਜਿਹੜਾ ਇਹ ਤੋਂ ਮਨ ਨੂੰ ਉੱਪਰ ਠਾ ਲਿਆ। ਮਨ ਘਰ ਚਲਾ ਗਿਆ। ਜਦੋਂ ਘਰ ਗਏ ਅਤੇ ਘਰ ਜਾ ਕੇ ਮਾਲਕ ਨਾਲ ਮਿਲਾਪ ਹੋਇਆ ਅਤੇ ਘਰ ਦੀ ਨਿਸ਼ਾਨੀ ਕੀ ਦੱਸਦੇ ਵੀ ਕਿੱਥੇ ਬੈਠੇ ਜਾ ਕੇ। ਮਹਾਰਾਜ ਕਹਿੰਦੇ ਵੀ ਜਿੱਥੇ ਅਨਹਦ ਵਾਜੇ ਵੱਜਦੇ ਸੀ ਉਹਨੂੰ ਸਹਿਜ ਗੁਫਾ ਦਾ ਨਾਮ ਦਿੱਤਾ, ਸਹਿਜ ਘਰ। ਬਈ ਜਿਸੇ ਨਿਸ਼ਾਨੀ ਕੀ ਅਨਹਦ ਵਾਜੇ ਵੱਜਦੇ ਅਤੇ ਉੱਥੇ ਸਹਿਜ ਘਰ ਦੇ ਵਿੱਚ ਹੀ ਮਾਲਕ ਬੈਠੇ ਨੇ। ਮਹਾਰਾਜ ਫਰਮਾਉਂਦੇ ਅਨਹਦ ਵਾਜੇ ਸਹਿਜ ਸਹੇਲਾ, ਸ਼ਬਦ ਆਨੰਦ ਕਰੀ ਸਦ ਕੇਲਾ। ਸਹਿਜ ਗੁਫਾ ਮੇ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਬਈ ਉੱਚੀ ਥਾਂ 'ਤੇ ਆਸਣ ਲਾ ਕੇ ਬੈਠੇ ਅਤੇ ਉੱਥੇ ਨਿਸ਼ਾਨੀ ਕੀ ਸੀ, ਉੱਥੇ ਅਨਹਦ ਵਾਜੀ ਵੱਜਦੀ ਸੀ ਘਰ ਦੇ ਵਿੱਚ, ਅਤੇ ਉੱਥੇ ਹੀ ਮਾਲਕ ਬੈਠੇ ਸਹਿਜ ਗੁਫਾ ਦੇ ਵਿੱਚ। ਜਿਹੜੇ ਵੀ ਕਹਿੰਦੇ ਭਗਤ, ਜਿਹੜੇ ਵੀ ਗੁਰਮੁਖ ਫਿਰ ਉਹ ਸਹਿਜ ਗੁਫਾ ਦੇ ਵਿੱਚ ਜਾਂਦੇ, ਮਾਲਕ ਉਹਨਾਂ ਦੇ ਨਾਲ ਵਿਚਾਰ ਕਰਦਾ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਵੀ ਜੋ ਵੀ ਉਹਨਾਂ ਦੇ ਨਾਲ ਅਸੀਂ ਗੋਸ਼ਟ ਕਰਨੀ ਚਾਹੁੰਦੇ ਉਹ ਅਸੀਂ ਕਰ ਸਕਦੇ। ਕਿੱਥੇ ਬਹਿ ਕੇ ਕਰਦੇ, ਮਹਾਰਾਜ ਦੱਸਦੇ ਕਹਿੰਦੇ ਸੁਨ ਸਮਾਧ ਗੁਫਾ ਤੇ ਆਸਣ, ਕੇਵਲ ਬ੍ਰਹਮ ਪੂਰਨ ਤਹਿ ਵਾਸਣ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨ ਸੋਗ ਜਨਮ ਨਹਿ ਮਰਤ। ਬਈ ਜਿੱਥੇ ਕੋਈ ਇਹ ਹਰਕ ਸੋਗ ਖੁਸ਼ੀ ਗਮੀ ਤੋਂ ਮਨ ਉੱਪਰ ਉੱਠ ਗਿਆ, ਜਿੱਥੇ ਜਨਮ ਮਰਨ ਨਹੀਂ, ਜਨਮ ਮਰਨ ਤੋਂ ਉੱਪਰ ਚਲਾ ਗਿਆ ਮਨ, ਉਹਨੂੰ ਕਹਿੰਦੇ ਸਹਿਜ ਗੁਫਾ, ਸਹਿਜ ਘਰ। ਉੱਥੇ ਬੈਠੀ। ਹੁਣ ਉੱਥੇ ਬੈਠਣ ਵਾਸਤੇ ਫਿਰ ਉਹਨਾਂ ਨੇ ਪਹਿਲਾਂ ਹੀ ਸਿਮਰਨ ਕੀਤਾ, ਸ਼ਬਦ ਦੀ ਕਮਾਈ ਕੀਤੀ, ਵਿਚਾਰਾਂ ਨੂੰ ਰੋਕਿਆ। ਫਿਰ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗੇ ਵੀ ਜਦੋਂ ਅਸੀਂ ਘਰ ਜਾਵਾਂਗੇ ਅੰਤਰਮੁਖੀ, ਵੀ ਸਾਨੂੰ ਕਿਵੇਂ ਪਤਾ ਲੱਗੂ ਵੀ ਇਹੋ ਮਾਲਕ ਨੇ। ਬਈ ਸਾਨੂੰ ਇੱਕ ਵਾਰ ਬਾਹਰ ਇਹਨਾਂ ਨੇਤਰਾਂ ਦੁਆਰਾ ਦਿਖਾ ਦਿਓ ਵੀ, ਤਾਂ ਕਿ ਜਦੋਂ ਅਸੀਂ ਅੰਤਰਗਤ ਜਾਈਏ ਸਾਨੂੰ ਪਤਾ ਲੱਗ ਜੇ ਵੀ ਇਹੋ ਨੇ। ਅਤੇ ਮਹਾਰਾਜ ਨੇ ਭਰਮ ਦਾ ਪਰਦਾ ਪਾਸੇ ਕਰਕੇ ਸਾਹਮਣੇ ਉਹਨਾਂ ਨੂੰ ਸੱਚ ਦਿਖਾ ਦਿੱਤਾ, ਜੋ ਗੁਰੂ ਦੀ ਡਿਊਟੀ ਹੈ। ਜਿਵੇਂ ਹੁਣ ਪੰਜਾਂ ਪਿਆਰਿਆਂ ਦੀ ਡਿਊਟੀ ਗੁਰੂ ਦੀ ਲਾਈ, ਉਹਨਾਂ ਨੇ ਸਾਨੂੰ ਬਾਹਰ ਪਰਮਾਤਮਾ ਨੂੰ ਦਿਖਾਉਣਾ ਹੁੰਦਾ, ਸਾਡਾ ਭਰਮ ਦਾ ਪਰਦਾ ਪਾਸੇ ਕਰਕੇ। ਸਾਹਮਣੇ ਜਦੋਂ ਮਾਲਕ ਨੂੰ ਦਿਖਾ ਦਿੰਦੇ, ਪਹਿਚਾਣ ਕਰਾ ਦਿੰਦੇ ਵੀ ਆਹ ਨੇ, ਫਿਰ ਕਹਿੰਦੇ ਵੀ ਜੇ ਹੁਣ ਤੁਸੀਂ ਗੱਲਬਾਤ ਕਰਨੀ ਹੈ ਉਹ ਤੁਸੀਂ ਅੰਦਰ ਜਾ ਕੇ ਸਹਿਜ ਗੁਫਾ ਦੇ ਵਿੱਚ ਫਿਰ ਕਰ ਸਕਦੇ। ਜਦੋਂ ਮਹਾਰਾਜ ਨੂੰ ਬਾਹਰ ਦਿਖਾਇਆ ਅਤੇ ਫਿਰ ਉਹ ਅੰਤਰਮੁਖੀ ਹੋਈ, ਅਤੇ ਜਦੋਂ ਜਾ ਕੇ ਸਹਿਜ ਦੇ ਵਿੱਚ ਗਏ ਅੰਤਰਮੁਖੀ, ਦਰ ਦੇ ਉੱਤੇ ਚਲੇ ਗਏ। ਦਰ ਜਿੱਥੇ ਮਾਲਕ ਬੈਠ ਕੇ ਸਾਨੂੰ ਦੇਖਦਾ, ਉਹ ਦਰ ਦੇ ਉੱਤੇ ਜਾ ਕੇ ਗੁਰਮੁਖ ਆਸਣ ਲਾ ਲੈਂਦੇ। ਜਦੋਂ ਅਸੀਂ ਉਹ ਦਰ ਦੇ ਉੱਤੇ ਜਾ ਕੇ ਬੈਠ ਜਾਂਦੇ ਹਾਂ, ਮਾਲਕ ਫਿਰ ਦੇਖਦਾ ਉਹ ਦਰ ਤੋਂ ਬਈ ਇਹ ਵਾਪਸ ਤਾਂ ਨਹੀਂ ਜਾਂਦੇ, ਬੈਠੇ ਨੇ। ਜਦੋਂ ਗੁਰਮੁਖ ਉਹ ਦਰ ਨਹੀਂ ਛੱਡਦੇ, ਫਿਰ ਮਾਲਕ ਉਹ ਦਰ ਖੋਲ੍ਹ ਕੇ ਅੰਦਰ ਬੁਲਾ ਲੈਂਦੇ। ਉਹ ਦਰ ਦੇ ਉੱਤੇ ਸਾਨੂੰ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ, ਸਬਰ ਸੰਤੋਖ ਦੇ ਨਾਲ ਬੈਠਣਾ ਪੈਂਦਾ, ਇੰਤਜ਼ਾਰ ਕਰਨਾ ਪੈਂਦਾ ਵੀ ਕਦੋਂ ਖੋਲ੍ਹਣਗੇ।
ਮਾਰੇ ਕਹਿੰਦੇ ਸਾਜ ਭੇਟ ਬੈਸਣ ਕੋ ਥਾਓ, ਸਤ ਸੰਤੋਖ ਹੋਵੇ ਅਰਦਾਸ, ਪਾਸਣ ਸਦ ਬਹਾਲੇ ਪਾਸ। ਬਈ ਜਦੋਂ ਉੱਥੇ ਬੈਠੇ ਸਹਿਜ ਦੇ ਵਿੱਚ ਦਰ ਦੇ ਉੱਤੇ ਮਾਲਕ ਨੇ ਦਰ ਖੋਲ੍ਹ ਕੇ ਉਹ ਅੰਦਰ ਬੁਲਾਇਆ। ਜਦੋਂ ਅੰਦਰ ਬੁਲਾਏ ਤੇ ਮਹਾਰਾਜ ਦੱਸਦੇ ਗੁਰੂ ਅਰਜਨ ਪਾਤਸ਼ਾਹ ਵੀ ਜੋ ਗੁਰੂ ਨੇ ਬਾਹਰ ਦਿਖਾਇਆ ਸੀ ਸੱਚ, ਜਦੋਂ ਮਾਲਕ ਨੇ ਦਰ ਖੋਲ੍ਹ ਕੇ ਅੰਦਰ ਬੁਲਾਏ ਉਹੀਓ ਸਰੂਪ ਅੰਦਰ ਸੀ, ਉਹੀਓ ਅੰਦਰ ਸੀ ਜੋ ਬਾਹਰ ਸੀ। ਅੰਦਰ ਬਾਹਰ ਇੱਕ ਹੀ। ਮਹਾਰਾਜ ਕਹਿੰਦੇ ਖੋਲ ਕਵਾਰਾ ਮਹਿਲ ਬੁਲਾਇਆ, ਜੈਸਾ ਸਾਤ ਐਸਾ ਦਿਖਲਾਇਆ। ਬਈ ਜੋ ਗੁਰੂ ਨੇ ਸਰੂਪ ਬਾਹਰ ਦਿਖਾਇਆ ਸੀ ਮਾਲਕ ਦਾ, ਉਹੀਓ ਸਰੂਪ ਅੰਦਰ ਸੀ। ਜਦੋਂ ਫਿਰ ਅੰਤਰਮੁਖੀ ਹੋਈ ਤੇ ਮਾਲਕ ਨੇ ਬੁਲਾਇਆ, ਕਿੱਥੇ ਬੈਠੇ ਨੇ, ਉਹ ਫਿਰ ਆਪਾਂ ਨੂੰ ਦੱਸਦੇ ਵੀ ਇਹ ਜਿਹੜਾ ਸਾਡਾ ਮਸਤਕ ਹੈ, ਇਹ ਮਸਤਕ ਦੇ ਉੱਤੇ ਪ੍ਰਕਾਸ਼ ਹੈ ਮਣੀ ਦਾ। ਜਦੋਂ ਪ੍ਰਕਾਸ਼ ਮਣੀ ਦਾ ਤੇ ਉੱਥੇ ਫਿਰ ਮਾਲਕ ਦੇ ਨਾਲ ਵਿਚਾਰ ਹੋਈ ਮਹਾਰਾਜ ਦੀ। ਜੋ ਫਿਰ ਵਿਚਾਰ ਹੋਈ ਉਸ ਬਾਣੀ ਦਾ ਨਾਂ ਹੀ ਫਿਰ ਮਹਾਰਾਜ ਨੇ ਰੱਖ ਦਿੱਤਾ ਸੁਖ ਮਣੀ। ਬਈ ਸੁੱਖਾਂ ਦੀ ਬਾਣੀ ਜੋ ਪਰਮਾਤਮਾ ਦਾ ਨਾਮ, ਜੋ ਫਿਰ ਉਹਨਾਂ ਦੇ ਨਾਲ ਵਿਚਾਰ ਹੋਈ, ਗੋਸ਼ਟ ਹੋਈ, ਉਹ ਫਿਰ ਆਪਾਂ ਨੂੰ ਸਾਰਾ ਗੁਰਬਾਣੀ ਗੁਰੂ ਰਾਹੀਂ ਭੇਜ ਦਿੱਤਾ, ਸਾਰਾ ਆਪਾਂ ਨੂੰ ਸਮਝਾ ਦਿੱਤਾ। ਇਸ ਵਾਸਤੇ ਫਿਰ ਆਪਾਂ ਨੂੰ ਦੱਸਦੇ ਬਈ ਆਪਣੇ ਵੀ ਜੀਵਨ ਦਾ ਫਿਰ ਇਹੀਓ ਮਕਸਦ ਮਨੋਰਥ ਪਰਮਾਤਮਾ ਵਾਹਿਗੁਰੂ ਨੂੰ ਮਿਲਣਾ। ਜਦੋਂ ਫਿਰ ਮਹਾਰਾਜ ਨੇ ਮਿਲਾਪ ਕਰ ਲਿਆ ਤੇ ਫਿਰ ਅੱਗੇ ਸੱਚ ਤੇ ਨਾਮ ਦਾ ਭੇਦ ਦੇਣ ਲੱਗੇ, ਉਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ। ਫਿਰ ਜਿਹੜੇ ਦੁਬਦਾ ਵਸ ਜੀਵ ਸੀ ਉਹਨਾਂ ਨੂੰ ਇਹ ਸੱਚ ਤੇ ਨਾਮ ਦਾ ਜਿਹੜਾ ਇਹ ਚੰਗਾ ਨਹੀਂ ਲੱਗਦਾ ਪ੍ਰਚਾਰ, ਉਹਨਾਂ ਨੂੰ ਇਹ ਬਈ ਲੱਗਦਾ ਉਹਨਾਂ ਨੂੰ ਬਈ ਕਿਉਂਕਿ ਉਹ ਦੁਬਦਾ ਵਸ ਹੋਣ ਕਰਕੇ, ਵੈਰ ਵਿਰੋਧ ਵਸ ਹੋਣ ਕਰਕੇ ਉਹਨਾਂ ਨੂੰ ਲੱਗਦਾ ਵੀ ਇਹ ਬੰਦ ਹੋਣਾ ਚਾਹੀਦਾ, ਵੀ ਇਹ ਕਿਉਂ ਕਰਦੇ। ਉਹ ਦੁਬਦਾ ਵਸ ਜੀਵ ਹੋਣ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ, ਜੋ ਆਪਾਂ ਜਾਣਦੇ ਵੀ ਉਹਨਾਂ ਦੀ ਸ਼ਹਾਦਤ ਹੋਈ, ਉਹ ਉਹਨਾਂ ਨੂੰ ਪਹਿਲਾਂ ਸੰਦੇਸ਼ਾ ਭੇਜਿਆ ਕਿਉਂਕਿ ਵਿੱਚੋਂ ਜੀਵਾਂ ਨੇ ਜਾ ਕੇ ਉੱਥੇ ਦੱਸਿਆ ਵੀ ਉਹਨਾਂ ਦੇ ਨਾਲ ਸੰਗਤ ਬਹੁਤ ਜੁੜ ਰਹੀ ਹੈ, ਬਈ ਉਹਨਾਂ ਦੇ ਨਾਲ ਸੰਗਤ ਜੁੜ ਰਹੀ ਹੈ ਤੇ ਉਹ ਪਤਾ ਨਹੀਂ ਵੀ ਰਾਜ ਹੀ ਨਾ ਪਲਟਾ ਦੇਣ। ਉਹ ਫਿਰ ਜੀਵ ਜਿਹੜੇ ਦੁਬਦਾ ਵਸ ਹੁੰਦੇ ਉਹਨਾਂ ਨੂੰ ਆਪਦਾ ਹੀ ਝੋਰਾ ਹੁੰਦਾ ਵੀ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ, ਵੀ ਇਹਨਾਂ ਦੇ ਨਾਲ ਬਹੁਤੀ ਸੰਗਤ ਜਿਹੜੀ ਉਹ ਜੁੜਨੀ ਨਹੀਂ ਚਾਹੀਦੀ, ਜੀਵਾਂ ਨੂੰ ਭੇਤ ਨਹੀਂ ਆਉਣਾ ਚਾਹੀਦਾ। ਤੇ ਇਸ ਵਾਸਤੇ ਫਿਰ ਉਹਨਾਂ ਨੇ ਰੱਖਿਆ ਕਿ ਵੀ ਜੋ ਇਹ ਤੁਸੀਂ ਚਲਾਉਂਦੇ ਹੋ ਸੱਚ ਤੇ ਨਾਮ ਦਾ, ਬਈ ਤੁਸੀਂ ਟੈਕਸ ਦਿਓ, ਜਿਹੜਾ ਇਹ ਤੁਹਾਨੂੰ ਇੱਥੇ ਜਿਹੜਾ ਗੁਰਮੁਖ ਭੇਟਾ ਕਰਦੇ ਵੀ ਉਹਦੇ ਵਿੱਚੋਂ ਤੁਸੀਂ ਟੈਕਸ ਦਿਓ। ਤੇ ਮਹਾਰਾਜ ਕਹਿਣ ਲੱਗੇ ਵੀ ਇਹ ਤਾਂ ਸੰਗਤ ਦਾ ਹੈ। ਤੇ ਇਸ ਵਾਸਤੇ ਫਿਰ ਅੱਗੇ ਉਹ ਜਿਹੜੀ ਦੁਬਦਾ ਵਧੀ, ਤੇ ਜਦੋਂ ਦੁਬਦਾ ਵਧੀ ਉਹਨਾਂ ਨੂੰ ਬੁਲਾਇਆ ਗਿਆ ਤੇ ਸਿੱਖਾਂ ਨੇ ਫਿਰ ਵਿੱਚੋਂ ਹੀ ਕਹਿਣ ਲੱਗੇ ਗੁਰੂ ਅਰਜਨ ਪਾਤਸ਼ਾਹ ਨੂੰ ਵੀ ਤੁਸੀਂ ਪਹਿਲਾਂ ਤਾਂ ਇਹ ਹੈ ਵੀ ਪੱਤਰੀ ਭੇਜੋ, ਵੀ ਚਿੱਠੀ ਭੇਜੋ ਉਹਨਾਂ ਨੂੰ, ਵੀ ਉਹਨਾਂ ਨੂੰ ਸਮਝਾਵੋ ਵੀ ਇੱਥੇ ਕੀ ਚੱਲ ਰਿਹਾ। ਤੇ ਦੂਸਰਾ ਮਤਾ ਇਹ ਪਕਾਇਆ ਕਿ ਵੀ 2 ਸਿੱਖਾਂ ਨੂੰ ਭੇਜੋ ਸੰਦੇਸ਼ਾ ਦੇ ਕੇ ਵੀ ਉਹ ਜਾ ਕੇ ਦੱਸਣ ਉਹਨਾਂ ਨੂੰ। ਤੀਜਾ ਮਤਾ ਇਹ ਪਾਇਆ ਗਿਆ ਵੀ ਕੋਈ ਨਾ ਕੋਈ ਉਪਾਅ ਕਰੋ ਵੀ ਇਹਦਾ ਤੁਸੀਂ। ਇਹ ਮਹਾਰਾਜ ਕਹਿੰਦੇ ਵੀ ਅਸੀਂ ਸਾਰਾ ਕੁਝ ਛੱਡ ਕੇ ਸਿਰਫ ਪਰਮਾਤਮਾ ਨੂੰ ਧਿਆਇਆ, ਉਹਦਾ ਸਿਮਰਨ ਨਹੀਂ ਕੀਤਾ, ਬਾਕੀ ਕੁਛ ਨਹੀਂ ਕੀਤਾ। ਮਹਾਰਾਜ ਉਵੇਂ ਹੀ ਦੱਸਦੇ, ਕਹਿੰਦੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਪਾਇਆ,
मैं सब किछ छोड़ प्रभ तू ही ते आया। महाराज कहते भी आप तो सारा कुछ छड्ड के ना कोई पत्री भेजनी, ना दो मनखा नूं भेजना, ना कोई अपा करना है, भी मालक नूं ही ते आउणा, उहदा सिमरन करना, जो होएगा ठीक है। ये सहज दी वस्त भी जिहड़े गुरमुख ने वो भाणी विच आ जाते मालक दे। जदों भाणी च आउंदे बई सारा कुछ है तो मालक दे वस ही है, वो तो बिना तो कुछ होना नहीं है। इसलिए कहते गुर कहिया सब प्रभ ते हुए, तब काड़ा छोड़ चिंत हम सोई। बई गुरु ने सानू भेद ही ये दिता, समझाया भी मालक की मर्जी तो बिना कुछ हो नहीं सकता। इस करके हुण चिंता कोई नहीं, फिक्र कोई नहीं, तो चिंत अवस्था च नहीं। फिर जदों उन्होंने लाहौर बुलाया गया, आप जानते भी फिर किवें उन्हां दी शहादत हुई, किवें उन्होंने तती तवी ते बिठाया गया। फिर सीस दे विच गर्म रेता पाया गया, ते महाराज सच्चे पातशाह सहज दे विच नाम दे नाल जुड़े हुए काल ताती ठंडा हरनाओ, जो उन्होंने आपनूं समझाए। बई गुरमुख जिहड़े वो मर जीवड़े हुंदे, ते जो अवस्था आप देखते हैं भी मरण तो बाद हुंदी, उहिओ गुरमुखां ने आपां जिउंदे जी दिखा दित्ती। बई जिवें आप देखते हैं भी शरीर करके देह छड्ड जांदा जीव, देह छड्डण तो मगरों चाहे उहनूं अग च पा दिओ, चाहे उहनूं मिट्टी च दब दिओ, चाहे उहनूं पानी च रोड़ दिओ, कोई महसूस नहीं करता, क्योंकि देह जदों छड्ड गया। और इसे तरह ही महाराज सच्चे पातशाह ने फिर ये अवस्था दे विच भी इहो आखिया भी मालक दा जो कीता होए उहिओ गुरमुखां नूं मिठा लगदा, वो प्यारा लगदा। तेरा कीया मीठा लागे, हर नाम पदारथ नानक मांगे। गुरु साहब ने आपां नूं इहिओ समझाया भी भगती करन दा मकसद ये नहीं हुंदा भी असीं बई आखीए भी सानूं संसार दा सुख ही मिलेगा, बई साडे शरीर नूं कोई कष्ट नहीं आएगा, साडे शरीर नूं कोई दुख नहीं लगेगा। कष्ट तो उन्हां दे शरीरां नूं भी आए जिन्हां दी गुरबाणी गुरु साहब दी बाणी है, तो उन्हां दे शरीर नूं किन्ना कष्ट। पर जो गुरमुखां दा मन हुंदा, वो मन नाम दे नाल जुड़िया होने करके उन्हां दे मन नूं कोई दुख नहीं है। शरीर है जिहड़ा, शरीर तो एक दिन छड्डना ही छड्डना, ये तो विध बनदी भी किहड़ी विधि द्वारा असीं छड्डना, किवें साडा समा जिहड़ा वो अंत समा आउणा, की कारण बनना इसदा, वो कारण भी करते वस है मालक दी। महाराज कहंदे कारण करते वस है। बई देह नूं छड्डण दा साडे की कारण बनना है, किहड़ा सानूं कोई रोग लगना है, जां आपां किते जा रहे हैं रस्ते विच कोई हादसा होना है, जां साडी पानी च डुੱਬ के मौत होनी है, जां किवें होनी, की कारण बनना, वो करते दे वस है। की कारण बनाउणा है, हो सकदा आपां आत्म हत्या ही कर ली, क्योंकि वो कारण बनदा एक। कारण की बई मालक अंदर बैठा ही वो उदां दा कर दिंदा सिस्टम, वो उदां दा ही बना दिंदा, नहीं तो मरन नूं किहदा जी करदा। जदों अंत समा आउंदा वो अंदरों ही उदां दा कर दिंदा जीव नूं, भी वो कहंदा भी मैं खत्म हो जाना, मैं मार लेना आपदे आप, मैं बचना नहीं। जानी दे की कारण बनना, वो करते दे वस, मालक दे वस, किसी बंदे दे वस नहीं है। ना दा आपदी मर्जी नाल संसार च कोई आ सकदा है, ना ही आपदी मर्जी नाल इत्थों कोई जा सकदा। जन्म ते मौत वो मालक दे वस है। महाराज कहंदे मारे राखे इको आप, मानक के किछ नाही हास।
ਬਈ ਮਾਰਨ ਵਾਲਾ ਤੇ ਰੱਖਣ ਵਾਲਾ ਇੱਕੋ ਮਾਲਕ ਆਪ ਹੈ ਵਾਹਿਗੁਰੂ। ਬੰਦੇ ਦੇ ਕੁਛ ਹੱਥ ਨਹੀਂ ਬਈ ਉਹ ਕਿਸੇ ਨੂੰ ਮਾਰ ਸਕੇ ਜਾਂ ਕਿਸੇ ਨੂੰ ਜਿਉਂਦਾ ਕਰ ਸਕੇ। ਜਾਜਕ ਮਾਲਕ ਆਪ ਸਵਾਸ ਨਹੀਂ ਕੱਢਦਾ, ਕੋਈ ਕਿਸੇ ਨੂੰ ਮਾਰ ਨਹੀਂ ਸਕਦਾ। ਮਾਰੇ ਕਹਿੰਦੇ ਜਾ ਕੇ ਸਾਸ ਨ ਕਾਢ ਤਾਪ, ਤਾਕੋ ਰਾਖਤ ਦੇ ਕਰ ਹੱਥ। ਬਈ ਜਿਹਦੇ ਸਵਾਸ ਮੈਂ ਖੁਦ ਨਹੀਂ ਕੱਢ ਲੈਂਦਾ ਉਹਨੂੰ ਮੈਂ ਹੱਥ ਦੇ ਕੇ ਬਚਾ ਲੈਣਾ, ਉਹਨੂੰ ਕੋਈ ਮਾਰ ਨਹੀਂ ਸਕਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਵਿਧ ਬਣਦੀ ਜਾਣਦੀ ਸੰਸਾਰ 'ਚ ਬਈ ਕਿਹੜੀ ਵਿਧੀ ਬਣਨੀ, ਕਿਵੇਂ ਅਸੀਂ ਜਾਣਾ। ਜੇ ਸਾਡੇ ਹਿਰਦੇ 'ਚ ਮਾਲਕ ਵਸਿਆ ਹੋਏਗਾ, ਅਸੀਂ ਸਿਮਰਨ ਕੀਤਾ, ਨਾਮ ਦੇ ਨਾਲ ਜੁੜੇ ਹਾਂ, ਸੱਚ ਦੇ ਵਾਹਿਗੁਰੂ ਦੇ ਸਨਮੁਖ ਹਾਂ, ਅਤੇ ਫਿਰ ਸਾਨੂੰ ਅੱਗੇ ਸੌਖਾ, ਸਾਡਾ ਮਨ ਸੌਖਾ ਹੈ, ਸਾਡੇ ਮਨ ਨੂੰ ਆਨੰਦ ਹੈ। ਮਾਰੇ ਫਰਮਾਉਂਦੇ ਕਿਆ ਜਾਣਾ ਕਿਬ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੀ ਤਾਂ ਸਹਿਲਾ ਮਰਨਾ ਹੋਏ। ਬਈ ਜੇ ਸਾਨੂੰ ਮਾਲਕ ਨਾ ਵਿਸਰੇ ਤਾਂ ਸੌਖਾ, ਅਤੇ ਜੇ ਸਾਨੂੰ ਮਾਲਕ ਭੁੱਲਿਆ ਹੈ ਅਤੇ ਫਿਰ ਔਖਾ ਹੀ ਔਖਾ। ਫਿਰ ਇੱਥੇ ਵੀ ਔਖੇ ਅਤੇ ਅੱਗੇ ਉਦੋਂ ਵੀ ਵੱਧ ਔਖਾ। ਇਸ ਵਾਸਤੇ ਫਿਰ ਆਪਾਂ ਨੂੰ ਦੱਸਦੇ ਬਈ ਇਹ ਜਿਹੜਾ ਸਰੀਰ ਇਹ ਤਾਂ ਇੱਕ ਦਿਨ ਜਾਣਾ ਹੀ ਜਾਣਾ। ਜਿਵੇਂ ਭਗਤਾਂ ਨੇ ਵੀ ਆਖਿਆ, ਬਾਬਾ ਕਬੀਰ ਜੀ ਕਹਿੰਦੇ ਬਈ ਪਰਮਾਤਮਾ ਆਪ ਹੀ ਪਾਉਣ ਹੈ ਅਤੇ ਆਪ ਹੀ ਪਾਣੀ, ਅਤੇ ਅਗਨ ਵੀ ਆਪ ਹੀ ਹੈ, ਉਹਦੇ ਵਿੱਚੋਂ ਹੀ ਤਾਂ ਸਾਰਾ ਕੁਛ ਪ੍ਰਗਟ ਹੋਏ। ਸੱਚ ਤੋਂ ਪੌਣ ਪ੍ਰਗਟ ਹੋਈ ਹੈ, ਪੌਣ ਤੋਂ ਪਾਣੀ ਤੇ ਅਗਨ ਪ੍ਰਗਟ ਹੋਏ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜੀਏ, ਘਟ ਘਟ ਜੋਤ ਸਮੋਏ। ਹੁਣ ਉਹ ਅਗਨ 'ਚ ਵੀ ਆਪ ਹੀ ਹੈ ਅਤੇ ਪਾਣੀ 'ਚ ਵੀ ਆਪ ਹੀ। ਜੇ ਹੁਣ ਉਹ ਸਾਨੂੰ ਸਾੜਨਾ ਹੀ ਚਾਹੁੰਦਾ ਹੈ ਅਤੇ ਸਾਨੂੰ ਕੋਈ ਬਚਾ ਨਹੀਂ ਸਕਦਾ, ਅਤੇ ਜੇ ਉਹ ਨਹੀਂ ਸਾੜਨਾ ਚਾਹੁੰਦਾ ਤਾਂ ਕੋਈ ਸਾੜ ਨਹੀਂ ਸਕਦਾ। ਮਾਰੇ ਕਹਿੰਦੇ ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੀ ਕਵਣਾ। ਬਈ ਜੇ ਮਾਲਕ ਹੀ ਖਸਮ ਹੀ ਜਲਾਉਣਾ ਚਾਹਵੇ ਤਾਂ ਕੌਣ ਬਚਾਵੇ? ਫਿਰ ਤਾਂ ਕੋਈ ਬਚਾ ਹੀ ਨਹੀਂ ਸਕਦਾ, ਫਿਰ ਨਹੀਂ ਕੋਈ ਰੱਖ ਸਕਦਾ। ਅਤੇ ਜੇ ਉਹ ਨਹੀਂ ਚਾਹੁੰਦਾ ਫਿਰ ਤਾਂ ਤੀਬਾਬ ਨਹੀਂ ਲੱਗਦੀ, ਫਿਰ ਨਹੀਂ ਛੱਡਦੇ। ਇਸ ਵਾਸਤੇ ਜਦੋਂ ਸਮਾਂ ਆ ਗਿਆ ਉਹ ਵਿਧ ਬਣਨੀ ਅਤੇ ਫਿਰ ਜਾਣਾ ਹੀ ਜਾਣਾ, ਫਿਰ ਜਾਣਾ ਹੀ ਪੈਣਾ, ਫਿਰ ਰਹਿ ਨਹੀਂ ਸਕਦੇ, ਕਿਉਂਕਿ ਸਮਾਂ ਆ ਗਿਆ। ਜਿੰਨਾ ਧਨ ਦਿੱਤਾ ਸੀ ਸਵਾਸਾਂ ਦਾ ਉਹ ਧਨ ਖਤਮ ਹੋ ਗਿਆ, ਅਤੇ ਹੁਣ ਇਹ ਦੇਹ ਨੂੰ ਛੱਡ ਕੇ ਜਾਣਾ ਹੈ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੇ ਵੀ ਕੁਰਬਾਨੀਆਂ ਕੀਤੀਆਂ, ਸ਼ਹੀਦੀਆਂ ਦਿੱਤੀਆਂ, ਗੁਰਮੁਖਾਂ ਨੇ, ਭਗਤਾਂ ਨੇ, ਸੰਤਾਂ ਸਾਧੂਆਂ ਨੇ, ਪਰਮਾਤਮਾ ਦੀ ਕਿਰਪਾ ਦੇ ਨਾਲ, ਉਹਦੀ ਕਿਰਪਾ ਹੋਈ ਤਾਂ ਮਹਾਰਾਜ ਕਹਿੰਦੇ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਪੌਦਵੈਨ ਸਿੱਧੀ ਕਿਨੇ ਨਾ ਪਾਈ ਹੈ। ਵੀ ਤੇ ਤੋਂ ਬਿਨਾਂ ਨਹੀਂ ਹੋ ਸਕਦਾ। ਜੇ ਮਾਲਕੀ ਨਾ ਸਹਾਈ ਹੋਵੇ, ਮਾਲਕੀ ਨਾ ਕਿਰਪਾ ਕਰੇ ਅਤੇ ਆਪਣਾ ਮਨ ਤਾਂ ਖਿਨ ਖਿਨ ਭੁੱਲਣਹਾਰ ਡੋਲਦਾ ਹੈ। ਤਾਂ ਨਿਸ ਦਿਨ ਮਾਇਆ ਕਾਰਨੇ ਪੁਰਾਣੀ ਡੋਲਤ ਨੀਤ। ਬਈ ਮਾਇਆ 'ਚ ਤਾਂ ਨਿੱਤ ਡੋਲਦਾ, ਪਰ ਜੇ ਨਾਮ ਦੇ ਨਾਲ ਜੁੜ ਜੇ ਅਤੇ ਫਿਰ ਨਹੀਂ ਡੋਲਦਾ। ਅਤੇ ਮਹਾਰਾਜ ਕਹਿੰਦੇ ਉਹ ਪਰ ਹੈ ਕਰੋੜਾਂ 'ਚੋਂ ਗੁਰਮੁਖ, ਕੋਟਨ ਮੇ ਨਾਨਕ ਕਉ ਨਾਰਾਇਣ ਜਿਹ ਚੀਤ। ਬਈ ਜਿਨ੍ਹਾਂ ਦਾ ਚਿੱਤ ਨਰੈਣ ਵਾਹਿਗੁਰੂ 'ਚ ਲੱਗਿਆ, ਨਾਮ 'ਚ ਲੱਗਿਆ, ਉਹਨਾਂ ਦਾ ਮਨ ਠੰਡਾ, ਉਹਨਾਂ ਦਾ ਮਨ ਸ਼ੀਤਲ ਹੈ, ਉਹਨਾਂ ਨੂੰ ਫਿਰ ਇਹ ਅਗਨ ਨਹੀਂ ਪਾਉਂਦੀ ਹੈ। ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਬਈ ਇਹ ਸੰਸਾਰ ਦੇ ਵਿੱਚੋਂ ਜਾਣਾ ਤਾਂ ਹੈਗਾ ਹੀ ਹੈ, ਸਭ ਨੇ ਜਾਣਾ, ਪਰ ਜਾਣ ਦੇ ਵਿੱਚ ਅੰਤਰ ਹੈ, ਫਰਕ ਹੈ। ਜਾਂਦੇ ਗੁਰਮੁਖ ਵੀ ਨੇ ਅਤੇ ਜਾਂਦੇ ਮਨਮੁਖ ਵੀ ਨੇ। ਗੁਰਮੁਖ ਜੀਵਨ ਦਾ ਲਾਹਾ ਖੱਟ ਕੇ ਜਾਂਦੇ, ਗੁਰਮੁਖ ਖੁਸ਼ੀ ਖੁਸ਼ੀ ਜਾਂਦੇ, ਆਨੰਦ ਦੇ ਵਿੱਚ ਜਾਂਦੇ, ਕਿਉਂਕਿ ਉਹਨਾਂ ਦੇ ਮਨ 'ਚ ਤਾਂ ਚਾਅ ਹੁੰਦਾ ਜਾਣ ਦਾ।
ਵੀ ਇਧਰ ਸੰਸਾਰ ਦੇ ਵਿੱਚ ਬੰਧਨ ਨੇ, ਇਧਰ ਦੁੱਖ ਹੈ, ਤੇ ਆਪਣੇ ਘਰ ਦੇ ਵਿੱਚ ਕੋਈ ਦੁੱਖ ਨਹੀਂ, ਕੋਈ ਬੰਧਨ ਨਹੀਂ, ਉੱਥੇ ਆਨੰਦ ਹੀ ਆਨੰਦ, ਸਦਾ ਆਨੰਦ ਹੈ। ਇਸ ਲਈ ਭਗਤਾਂ ਨੇ ਆਖਿਆ, ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਬਈ ਮਰਨ ਤੇ ਹੀ ਤਾਂ ਆਨੰਦ ਹੈ, ਘਰੇ ਚਲੇ ਜਾਣਾ, ਸਦਾ ਲਈ ਮਾਲਕ ਦੇ ਵਿੱਚ ਲੀਨ ਹੋ ਜਾਣਾ, ਉਹਦੇ ਵਿੱਚ ਸਮਾ ਜਾਣਾ, ਜੋਤ ਵਿੱਚ ਜੋਤ ਮਿਲ ਜਾਣੀ ਤੇ ਸਦਾ ਲਈ ਸੰਪੂਰਨ ਹੋ ਗਏ, ਪੂਰੇ ਹੋ ਗਏ। ਮਹਾਰਾਜ ਕਹਿੰਦੇ ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ। ਜਿਹੜੇ ਗੁਰਮੁਖ ਸੰਤ ਭਗਤ ਸਾਧੂ ਬ੍ਰਹਮ ਗਿਆਨੀ ਇਹ ਕਦੇ ਮਰਦੇ ਨਹੀਂ, ਫਿਰ ਇਹ ਸਦਾ ਲਈ ਅਮਰ ਹੋ ਜਾਂਦੇ, ਇਹ ਮਾਲਕ ਦੇ ਵਿੱਚ ਲੀਨ ਹੋ ਜਾਂਦੇ, ਉਹਦੇ ਵਿੱਚ ਸਮਾ ਜਾਂਦੇ। ਆਈਆਂ ਮਾਰੇ ਫਰਮਾਉਂਦੇ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ। ਬਈ ਬ੍ਰਹਮ ਗਿਆਨੀ ਜਿਹੜੇ ਉਹ ਨਹੀਂ ਮਰਦੇ, ਉਹ ਸਦਾ ਲਈ ਜਿਉਂਦੇ, ਉਹ ਸਦਾ ਲਈ ਅਮਰ ਨੇ, ਕਿਉਂਕਿ ਉਹ ਮਾਲਕ 'ਚ ਸਮਾ ਗਏ, ਪਰਮਾਤਮਾ ਦੇ ਵਿੱਚ ਲੀਨ ਹੋ ਗਏ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਜਿਹੜੇ ਗੁਰਮੁਖ ਸੰਤ ਸਾਧੂ, ਉਹਨਾਂ ਨੂੰ ਕੀ ਰੋਣਾ, ਉਹ ਤਾਂ ਆਪਦੇ ਘਰ ਚਲੇ ਗਏ ਸਦਾ ਲਈ। ਜਿਹੜਾ ਰੋਣਾ ਹੁੰਦਾ ਉਹ ਮਨਮੁਖਾਂ ਨੂੰ ਹੁੰਦਾ, ਬਈ ਜਿਹੜਾ ਜੀਵਨ ਦੀ ਬਾਜੀ ਨੂੰ ਹਾਰ ਕੇ ਜਾਂਦਾ ਇੱਥੋਂ ਜੂਨਾਂ ਦੇ ਵਿੱਚ, ਜਿਹੜਾ ਫੇਰ ਦੁੱਖ ਭੋਗਦਾ, ਵਾਰ-ਵਾਰ ਜਨਮ ਮਰਨ ਦੇ ਚੱਕਰਾਂ 'ਚ ਪੈ ਜਾਂਦਾ। ਇਸ ਲਈ ਮਾਰੇ ਫਰਮਾਉਂਦੇ, ਕਬੀਰ ਸੰਤ ਮੁਵੇ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ, ਰੋਗੋ ਸਾਗਤ ਬਾਪੜੇ, ਜੋ ਹਾਟੇ ਹਾਟ ਬਕਾਏ। ਬਈ ਸੰਤਾਂ ਨੂੰ ਗੁਰਮੁਖਾਂ ਨੂੰ ਕੀ ਰੋਣਾ, ਉਹ ਤਾਂ ਆਪਦੇ ਘਰ ਚਲੇ ਗਏ, ਉਹ ਤਾਂ ਸਦਾ ਲਈ ਅਮਰ ਨੇ, ਉਹ ਕਿਹੜਾ ਮਰੇ ਨੇ, ਉਹ ਤਾਂ ਸਦਾ ਲਈ ਮਾਲਕ 'ਚ ਲੀਨ ਹੋ ਗਏ। ਰੋਣਾ ਦਾ ਮਨਮੁਖ ਨੂੰ ਜਿਹੜਾ ਵਾਰ-ਵਾਰ ਮਰਦਾ, ਵਾਰ-ਵਾਰ ਜਨਮ ਲੈਂਦਾ, ਵਾਰ-ਵਾਰ ਮਰਦਾ। ਇਸ ਕਰਕੇ ਫਿਰ ਮਹਾਰਾਜ ਕਹਿੰਦੇ ਆਪਾਂ ਨੂੰ ਬਈ ਹੁਣ ਸਾਡੇ ਜੀਵਨ ਦਾ ਜੋ ਅਸਲ ਮਕਸਦ, ਜੋ ਸਾਨੂੰ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਮਝਾਇਆ, ਬਈ ਹੁਣ ਸਾਨੂੰ ਇਹ ਵਾਰੀ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ। ਵੀ ਹੁਣ ਵਾਰੀ, ਹੁਣ ਤੁਸੀਂ ਮਿਲ ਲਓ। ਵੀ ਅੰਤ ਸਮਾਂ ਦਾ ਕੋਈ ਪਤਾ ਨਹੀਂ ਕਿੱਦਾਂ ਦਾ ਹੋਣਾ, ਕੀ ਹਾਲਤ ਹੋਣੀ। ਵੀ ਜੇ ਅਸੀਂ ਮਿਲੇ ਹੋਵਾਂਗੇ ਤਾਂ ਸਾਨੂੰ ਸੌਖਾ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹਦੇ ਵਿੱਚ ਢਿੱਲ ਨਾ ਕਰੋ, ਆਲਸ ਨਾ ਕਰੋ। ਮਹਾਰਾਜ ਕਹਿੰਦੇ ਆਪਣੇ ਕਾਰਜ ਕੋ ਕਿਉਂ ਅਲਕਾਈਏ, ਜੈਤ ਸਿਮਰਤ ਦਰਗਾਹ ਮੁਖ ਉਜਲ, ਸਦਾ ਸਦਾ ਸੁਖ ਪਾਈਏ। ਬਈ ਸਾਰੇ ਉਦਮਾਂ ਦੇ ਨਾਲੋਂ ਇਹੋ ਉਦਮ ਭਲਾ ਵੀ ਪਰਮਾਤਮਾ ਦਾ ਸਿਮਰਨ ਕਰ। ਆਓ ਹੁਣ ਜੋ ਆਪਾਂ ਨੂੰ ਮਹਾਰਾਜ ਕਹਿ ਰਹੀ, ਸਾਸ ਗਿਰਾ ਸਿਮਰਨ ਅਭਿਆਸ ਦੱਸ ਰਹੀ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਬਈ ਗੁਰੂ ਦੀ ਮੱਤ ਜਦੋਂ ਅਸੀਂ ਲੈਂਦੇ ਹਾਂ, ਆਪਾਂ ਨੂੰ ਦੱਸਿਆ ਵੀ ਚਾਹੇ ਸੁੱਖ ਆਵੇ ਚਾਹੇ ਸਾਨੂੰ ਤਨ ਕਰਕੇ ਦੁੱਖ ਆਵੇ, ਤੇ ਆਉਣਾ ਅਸੀਂ ਪਰਮਾਤਮਾ ਨਹੀਂ, ਸਿਮਰਨ ਅਸੀਂ ਉਹਦਾ ਹੀ ਕਰਨਾ। ਮਾਰੇ ਫਰਮਾਉਂਦੇ ਦੁੱਖ ਸੁੱਖ ਪਿਆਰੇ ਤੁਧ ਤੇ ਆਈ, ਇਹ ਸਮੱਤ ਗੁਰੂ ਤੇ ਪਾਈ। ਬਈ ਇਹ ਸਮੱਤ ਸਾਨੂੰ ਗੁਰੂ ਤੋਂ ਮਿਲਦੀ। ਵੀ ਸਿਰਫ ਇਹੀ ਨਹੀਂ ਵੀ ਅਸੀਂ ਆਖੀਏ ਵੀ ਜੇ ਅਸੀਂ ਸਿਮਰਨ ਕਰਦੇ ਹਾਂ ਸਾਨੂੰ ਸੁੱਖ ਹੀ ਮਿਲੇ ਜੀ, ਸਾਨੂੰ ਕੋਈ ਦੁੱਖ ਹੀ ਨਾ ਆਵੇ। ਜਿਹੜਾ ਦੁੱਖ ਹੈ ਇਹ ਵੀ ਦਾਰੂ ਹੈ। ਜਿਹੜਾ ਦੁੱਖ ਸਾਨੂੰ ਪਰਮਾਤਮਾ ਦੇ ਨਾਲ ਜੋੜ ਦੇਵੇ, ਜਿਹੜਾ ਸਾਨੂੰ ਮਾਲਕ ਦੀ ਯਾਦ ਦਿਵਾ ਦੇਵੇ, ਉਹ ਦੁੱਖ ਦਾਰੂ ਬਣ ਜਾਂਦਾ। ਜਿਹੜਾ ਸਾਨੂੰ ਮਾਲਕ ਨੂੰ ਭੁਲਾ ਦੇਵੇ, ਉਹ ਸੁੱਖ ਸਾਡੇ ਲਈ ਰੋਗ ਬਣ ਜਾਂਦਾ। ਮਾਰੇ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ। ਬਈ ਜਿਹੜੇ ਦੁੱਖ ਨੇ ਸਾਨੂੰ ਮਾਲਕ ਦੇ ਨਾਲ ਜੋੜ ਦੇਣਾ, ਤੇ ਉਹ ਫਿਰ ਦੁੱਖ ਥੋੜ੍ਹੀ, ਉਹ ਤਾਂ ਦਾਰੂ ਬਣ ਗਏ। ਤੇ ਜਿਹਨੇ ਸਾਨੂੰ ਮਾਲਕ ਨੂੰ ਭੁਲਾ ਦੇਣਾ, ਉਹ ਸੁੱਖ ਥੋੜ੍ਹੀ, ਉਹ ਤਾਂ ਰੋਗ ਬਣ ਗਿਆ। ਇਸ ਕਰਕੇ ਫਿਰ ਗੁਰਬਾਣੀ ਗੁਰੂ 'ਚ ਆਪਾਂ ਨੂੰ ਸਿੱਧਾ ਦੱਸਿਆ ਸੰਸਾਰ ਦਾ ਸਾਰਾ ਖੇਲ ਪੁੱਠਾ ਚੱਲਦਾ, ਉਲਟੇ। ਸੰਸਾਰੀ ਜੀਵ ਕਹਿੰਦਾ ਵੀ ਸੁੱਖ ਹੀ ਹੋਵੇ ਦੁੱਖ ਆਵੇ ਨਾ, ਤੇ ਜਿਹੜੇ ਗੁਰਮੁਖ ਉਹ ਫਿਰ ਦੋਵਾਂ ਨੂੰ ਸਮ ਕਰ ਲੈਂਦੇ। ਦੁੱਖ ਤੇ ਸੁੱਖ ਦੋਵਾਂ ਨੂੰ ਪੈਰਲਲ ਰੱਖ ਕੇ, ਬਰਾਬਰ ਰੱਖ ਕੇ ਉਹ ਫਿਰ ਚੱਲਦੀ। ਇਸ ਲਈ ਮਹਾਰਾਜ ਕਹਿੰਦੇ ਫਿਰ ਵੀ ਜਦੋਂ ਅਸੀਂ ਇਹਨਾਂ ਨੂੰ ਸਮ ਕਰ ਲਿਆ, ਬਰਾਬਰ ਕਰ ਲਿਆ, ਤੇ ਅਸੀਂ ਇਹਨਾਂ ਦੋਵਾਂ ਤੋਂ ਉੱਪਰ ਉੱਠ ਜਾਂਦੇ ਹਾਂ। ਫਿਰ ਜੋ ਮਹਾਰਾਜ ਸੁੱਖ ਕਹਿੰਦੇ ਉਹ ਸਦਾ ਸੁੱਖ ਹੈ। ਇੱਧਰ ਇਹ ਸਦਾ ਸੁੱਖ ਨਹੀਂ, ਇਹ ਦੁੱਖ ਵੀ ਸਦਾ ਨਹੀਂ, ਸੁੱਖ ਵੀ ਸਦਾ ਨਹੀਂ, ਇਹ ਆਰਜੀ ਹੈ। ਇਹ ਮਿਸੇ ਹੋਏ ਨੇ, ਇਹਨਾਂ ਨੂੰ ਅਲਪ ਸੁੱਖ ਕਹਿੰਦੇ, ਜਿਹੜਾ ਥੋੜ੍ਹੇ ਸਮੇਂ 'ਚ ਹੀ ਖਤਮ ਹੋ ਜਾਂਦਾ। ਮਹਾਰਾਜ ਕਹਿੰਦੇ ਬੈਣਸ ਜਾਏ ਜੋ ਨੈਮਖ ਮੇ, ਸੋ ਅਲਪ ਸੁੱਖ ਭਣੀਏ। ਵੀ ਜਿਹਨੇ ਖਤਮ ਹੀ ਹੋ ਜਾਣਾ, ਉਹ ਤਾਂ ਅਲਪ ਸੁੱਖ ਥੋੜ੍ਹਾ ਮਿਥਿਆ ਹੋਇਆ, ਉਹ ਸਦਾ ਥੋੜ੍ਹੀ ਹੈ। ਅਤੇ ਜੋ ਨਾਮ ਦੇ ਵਿੱਚ ਸੁੱਖ ਉਹ ਸਦਾ ਸੁੱਖ ਹੈ, ਉਹ ਕਦੇ ਸੁੱਖ ਘਟਦਾ ਨਹੀਂ ਹੈ। ਉਹ ਜਿਉਂ-ਜਿਉਂ ਅਸੀਂ ਨਾਮ ਦੇ ਨਾਲ ਜੁੜਦੇ ਜਾਵਾਂਗੇ ਤਿਉਂ-ਤਿਉਂ ਵੱਧਦਾ ਹੀ ਜਾਏਗਾ। ਸੋ ਇਸ ਵਾਸਤੇ ਗੁਰਮੁਖ ਪਿਆਰਿਓ, ਹੁਣ ਆਪਾਂ ਵੱਧ ਤੋਂ ਵੱਧ ਇਹ ਸਿਮਰਨ ਕਰਨ, ਜੋ ਆਪਾਂ ਨੂੰ ਗੁਰੂ ਸਾਹਿਬ ਦੱਸਦੇ ਨੇ, ਜੋ ਆਪਾਂ ਉਹਨਾਂ ਦੇ ਇਹ ਦਿਹਾੜੇ ਮਨਾਉਂਦੇ। ਦਿਹਾੜਾ ਮਨਾਉਣ ਦਾ ਮਕਸਦ ਇਹੀ ਹੁੰਦਾ ਵੀ ਜੋ ਉਹਨਾਂ ਨੇ ਸਾਨੂੰ ਬਚਨ ਆਖੇ, ਅਸੀਂ ਉਹਨਾਂ ਬਚਨਾਂ ਨੂੰ ਮੰਨੀਏ, ਅਸੀਂ ਉਹਨਾਂ ਬਚਨਾਂ ਨੂੰ ਕਮਾਈਏ। ਬਈ ਜਿਸ ਅਵਸਥਾ ਦੇ ਵਿੱਚ ਉਹ ਸਾਨੂੰ ਦੱਸ ਰਹੇ, ਸਹਿਜ ਦੇ ਵਿੱਚ ਅਸੀਂ ਉਹ ਅਵਸਥਾ ਦੇ ਵਿੱਚ ਜਾਈਏ। ਜਦੋਂ ਅਸੀਂ ਚਲੇ ਜਾਵਾਂਗੇ, ਸਮਝ ਲਓ ਅਸੀਂ ਉਹਨਾਂ ਨੂੰ ਮੰਨ ਲਿਆ। ਜਦੋਂ ਅਸੀਂ ਉਹਨਾਂ ਦੇ ਵਚਨ ਮੰਨਦੇ ਹਾਂ, ਤਾਂ ਅਸੀਂ ਉਹਨਾਂ ਨੂੰ ਮੰਨਦੇ ਹਾਂ। ਅਤੇ ਜੇ ਅਸੀਂ ਉਹਨਾਂ ਦੇ ਵਚਨ ਹੀ ਨਹੀਂ ਮੰਨਦੇ, ਫਿਰ ਅਸੀਂ ਮੰਨਦੇ ਥੋੜ੍ਹੀ ਉਹਨਾਂ ਨੂੰ। ਮੰਨਣ ਦਾ ਭਾਵ ਤਾਂ ਇਹ ਹੁੰਦਾ ਵੀ ਉਹਨਾਂ ਦਾ ਵਚਨ ਮੰਨਣਾ, ਜੋ ਸਾਨੂੰ ਗੁਰੂ ਕਹਿ ਰਿਹਾ ਉਹ ਵਚਨ ਨੂੰ ਕਮਾਉਣਾ। ਜੇ ਅਸੀਂ ਕਮਾਵਾਂਗੇ ਤੇ ਸਾਡਾ ਜੀਵਨ ਬਦਲੇਗਾ, ਜੇ ਅਸੀਂ ਕਮਾਵਾਂਗੇ ਨਹੀਂ ਤੇ ਸਾਡਾ ਜੀਵਨ ਬਦਲਣਾ ਹੀ ਨਹੀਂ। ਫਿਰ ਉਹ ਵੈਰ ਵਿਰੋਧ ਵਾਲਾ ਹੀ ਰਹਿਣਾ, ਈਰਖਾ ਨਫ਼ਰਤ ਵਾਲਾ ਹੀ ਰਹਿਣਾ, ਲੜਾਈਆਂ ਝਗੜਿਆਂ ਵਾਲਾ, ਫਿੱਕੇ ਬੋਲਾਂ ਵਾਲਾ, ਨਫ਼ਰਤ ਵਾਲਾ, ਫਿਰ ਉੱਦਾਂ ਦਾ ਹੀ ਰਹਿਣਾ। ਜੇ ਅਸੀਂ ਵਚਨ ਮੰਨਾਂਗੇ ਤੇ ਸਾਡਾ ਮਨ ਭਾਣੇ 'ਚ ਆ ਜਾਏਗਾ, ਹੁਕਮ 'ਚ ਆ ਜਾਏਗਾ, ਫਿਰ ਸਾਨੂੰ ਮਾਲਕ ਦਾ ਕੀਤਾ ਮਿੱਠਾ ਲੱਗੇਗਾ, ਪਿਆਰਾ ਲੱਗੇਗਾ। ਇਹੋ ਤਾਂ ਸਾਨੂੰ ਮਹਾਰਾਜ ਕਹਿੰਦੇ ਤੇਰਾ ਕੀ ਆ ਮੀਠਾ ਲਾਗੇ।
ਵੀ ਸਾਨੂੰ ਵੀ ਮਾਲਕ ਦਾ ਕੀਤਾ ਹੋਇਆ ਮਿੱਠਾ ਲੱਗਣ ਲੱਗ ਜੇ। ਉਹ ਤਾਂ ਲੱਗੇਗਾ ਜੇ ਭਾਣੀ ਚਾਹੀਦਾ। ਭਾਣਾ ਕੀ ਹੁਕਮ ਨਾਮ, ਜੇ ਨਾਮ ਦੇ ਦਾਇਰੇ ਵਿੱਚ ਆਏਗਾ ਤਾਂ ਇਹਨੂੰ ਮਿੱਠਾ ਲੱਗਣਾ। ਜੇ ਹੁਕਮ ਨੂੰ ਮੰਨਦਾ ਨਹੀਂ ਫਿਰ ਇਹਨੂੰ ਮਿੱਠਾ ਨਹੀਂ ਲੱਗਦਾ, ਫਿਰ ਤਾਂ ਇਹਨੂੰ ਬੜਾ ਬੁਰਾ ਲੱਗਦਾ। ਵੀ ਇਹ ਜਿਵੇਂ ਆਮ ਆਪਾਂ ਸੰਸਾਰ 'ਚ ਦੇਖਦੇ ਕਹਿੰਦੇ ਜੀ ਵੀ ਆਹ ਤਾਂ ਰੱਬ ਨੇ ਬੜਾ ਮਾੜਾ ਕੀਤਾ ਜੀ। ਰੱਬ ਵੀ ਕਦੇ ਮਾੜਾ ਕਰਦਾ ਦੱਸ? ਉਹ ਕਦੇ ਮਾੜਾ ਨਹੀਂ ਕਰਦਾ। ਗੁਰਬਾਣੀ ਗੁਰੂ 'ਚ ਕਿਤੇ ਨਹੀਂ ਆਖਿਆ ਗੁਰੂ ਸਾਹਿਬ ਨੇ ਵੀ ਰੱਬ ਮਾੜਾ ਕਰਦਾ। ਉਹ ਤਾਂ ਕਹਿੰਦੇ ਪਰਮਾਤਮਾ ਸਦਾ ਦਿਆਲੂ, ਉਹ ਤਾਂ ਸਦਾ ਹੀ ਦਇਆ ਕਰਦਾ ਸਾਡੇ 'ਤੇ। ਸੋ ਜਦੋਂ ਜੀਵ ਆਪਦੀ ਮੱਤ ਦੁਆਰਾ ਚੱਲਦਾ ਉਦੋਂ ਕਹਿੰਦਾ ਵੀ ਇਹ ਬੁਰਾ ਹੋਇਆ। ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਚੱਲਾਂਗੇ ਫਿਰ ਉਹਦਾ ਕੀਤਾ ਹੋਇਆ ਸਾਨੂੰ ਉਹੀਓ ਪਿਆਰਾ ਲੱਗੇਗਾ, ਮਿੱਠਾ ਲੱਗੇਗਾ। ਇਸ ਵਾਸਤੇ ਗੁਰਮੁਖ ਪਿਆਰਿਓ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ ਹੈ। ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਸਾਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ, ਉਹੀਓ ਉਪਦੇਸ਼ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਕਰਕੇ ਸਮਝਾਇਆ ਤਾਂ ਕਿ ਹਰ ਇੱਕ ਜੀਵ ਨੂੰ ਸਮਝ ਲੱਗ ਜੇ ਅਤੇ ਅਸੀਂ ਇਹ ਉਪਦੇਸ਼ ਨੂੰ ਸਮਝ ਕੇ ਮੰਨ ਕੇ ਕਮਾ ਕੇ ਆਪਦੇ ਘਰ ਚਲੀ ਜਾਈਏ। ਸੋ ਗੁਰਮੁਖ ਪਿਆਰੇ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ